ਉੱਥੇ ਗ੍ਰੀਨ ਇਨਕਲਾਬ ਬਹੁਤ ਪਹਿਲੇ ਆ ਗਿਆ ਸੀ। ਉਹ ਪਾਣੀ ਜਿਹੜਾ ਪਸੰਦ ਕਰਦੇ ਨੇ ਉਹਨਾਂ ਤਕਰੀਬਨ ਥੱਲਿਓਂ ਪਾਣੀ ਕੱਢ ਹੀ ਲਿਆ, ਯਾਨੀ ਕਿ ਥੱਲੇ ਅਗਰ ਨਾ ਨਵਾਂ ਪਾਣੀ ਆਵੇ ਨਾ ਤਾਂ ਉੱਥੇ ਬਹੁਤ ਡੂੰਘਾ ਪਾਣੀ ਚਲਾ ਗਿਆ ਹੈ, ਜਿਹੜੇ ਅੰਦਰਲਾ ਪਾਣੀ ਸੀ। ਮੇਰਾ ਨਾਲ ਇਹ ਵੀ ਸੀ ਕਿ ਕਿਉਂਕਿ ਮੈਨੂੰ ਇੱਕ ਮੇਰਾ ਆਰਕੀਓਲੋਜੀ ਵੀ ਸਬਜੈਕਟ ਹੈ ਵੇ, ਮੈਨੂੰ ਇੱਕ ਆਰਕੀਓਲੋਜਿਸਟ ਜਿਹੜਾ ਜ਼ਿਆਦਾ ਡੀਪ ਜਾਣਦਾ ਸੀ ਉਹਨੇ ਮੈਨੂੰ ਤਸੱਲੀ ਦਿੰਦੇ ਅੱਜ ਤੋਂ ਨਾ 20 ਸਾਲ ਪਹਿਲਾਂ ਕਿਹਾ ਸੀ ਕਿ ਭਾਵੇਂ ਉਹਨਾਂ ਬੰਨ ਲਏ ਨੇ, ਭਾਵੇਂ ਉਹਨਾਂ ਜਿਹੜੇ ਡੈਮ ਬਣਾ ਲਏ ਨੇ, ਪਰ ਕੁਦਰਤੀ ਫਲੋ ਇੱਧਰ ਵਾਲੇ ਜਿਹੜਾ ਅੰਡਰਗਰਾਊਂਡ ਵਾਟਰ ਹੈ, ਯਾਨੀ ਪੰਜਾਬ ਵਿੱਚ ਕਮੀ ਨਹੀਂ ਆਉਣੀ। ਲੇਕਿਨ ਇਹ ਜਿਹੜੀ ਨਵੀਂ ਹੈ, ਇਹ ਮੈਂ 2025 ਦੀ ਰਿਸਰਚ ਕਹਿ ਰਿਹਾ, ਉਹਦੇ ਵਿੱਚ ਇਹ ਆਇਆ ਕਿ ਉਹਨਾਂ ਵਿੱਚੋਂ ਹੀ ਕੱਢ ਲਿਆ ਪਾਣੀ, ਤੁਹਾਡੇ ਵੱਲ ਥੱਲੇ ਵਾਲਾ ਫਲੋ ਵੀ ਨਹੀਂ। ਹੁਣ ਮੈਂ ਇਸ ਹਵਾਲੇ ਨਾਲ ਦੋਵਾਂ ਦਾਨਿਸ਼ਵਰਾਂ ਕੋਲ ਪੰਜਾਬ ਦੇ ਪਾਣੀ ਜਾਂ ਦਰਿਆਵਾਂ ਦਾ ਮੁਸਤਕਬਲ ਪੁੱਛਣਾ ਚਾਹੁੰਦਾ। ਅਗਰ ਇਜਾਜ਼ਤ ਦਿਓ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸਭ ਤੋਂ ਵੱਡਾ ਕ੍ਰਾਈਸਿਸ ਆ ਰਿਹਾ ਨਾ ਸਾਡੇ ਸਾਹਮਣੇ, ਉਹ ਹੈ ਕਲਾਈਮੇਟ ਚੇਂਜ ਦਾ ਕ੍ਰਾਈਸਿਸ। ਜਨਾਬ ਕਲਾਈਮੇਟ ਚੇਂਜ ਦੀ ਵਜ੍ਹਾ ਤੋਂ, ਗਲੋਬਲ ਵਾਰਮਿੰਗ ਦੀ ਵਜ੍ਹਾ ਤੋਂ ਜਿਹੜੇ ਫਲੱਡਸ ਆਮ ਆਉਂਦੇ ਸਨ ਔਰ ਅੱਜ ਤੋਂ ਨਹੀਂ ਮਤਲਬ 5000 ਸਾਲ ਤੋਂ ਆ ਰਹੇ ਨੇ, ਉਹਨਾਂ ਦੀ ਸ਼ਿੱਦਤ ਵੱਧ ਗਈ ਹੈ। ਠੀਕ ਹੈ, ਔਰ ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਮੌਨਸੂਨ ਔਰ ਪਾਣੀ ਵਗੈਰਾ ਬਾਰਿਸ਼ ਔਰ ਇਹਦਾ ਜਿਹੜਾ ਕੰਬੀਨੇਸ਼ਨ ਬਣਦਾ ਗਲੇਸ਼ੀਅਰ ਮੈਲਟ ਦਾ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਬਣਦਾ, ਉਹਦੀ ਵਜ੍ਹਾ ਤੋਂ ਨੰਬਰ 1 ਕਿ ਫਲੱਡ ਜ਼ਿਆਦਾ ਆ ਰਹੇ ਨੇ, ਜਿਹੜੇ ਆ ਰਹੇ ਨੇ ਉਹ ਜ਼ਿਆਦਾ ਸ਼ਦੀਦ ਆ ਰਹੇ ਨੇ। ਅੱਛਾ, ਫਲੱਡ ਬੜੀ ਅਜੀਬੋ ਗਰੀਬ ਕਿਸਮ ਦੀ ਸ਼ੈ ਹੈ, ਕਿਉਂਕਿ ਜਦੋਂ ਫਲੱਡ ਆਉਂਦਾ ਤੁਸੀਂ ਸਮਝਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਹੋ ਗਿਆ, ਮਗਰ ਦਰ ਹਕੀਕਤ ਉਲਟ ਹੋ ਜਾਂਦਾ, ਪਾਣੀ ਦੀ ਕਿੱਲਤ ਪੈ ਜਾਂਦੀ ਹੈ, ਸਾਫ਼ ਪਾਣੀ, ਔਰ ਉਸ ਪਾਣੀ ਦੀ ਜਿਹੜਾ ਕਿ ਤੁਸੀਂ ਇਸਤੇਮਾਲ ਕਰ ਸਕਦੇ ਹੋ, ਉਹ ਚੀਜ਼ਾਂ ਨੂੰ ਤਬਾਹ ਵੀ ਕਰਦਾ। ਨੰਬਰ 1। ਨੰਬਰ 2, ਬਹੁਤ ਸਾਰੀ ਬਿਮਾਰੀਆਂ ਫੈਲ ਜਾਂਦੀਆਂ ਨੇ, ਵਾਟਰਬੋਰਨ ਡਿਜ਼ੀਜ਼ ਜਿਹਨੂੰ ਅਸੀਂ ਆਖਦੇ ਹਾਂ, ਔਰ ਉਹ ਯੂਜ਼ੇਬਲ ਵਾਟਰ ਨਹੀਂ ਹੁੰਦਾ, ਕਿਉਂਕਿ ਉਹ ਇੰਨਾ ਜ਼ਿਆਦਾ ਆਉਂਦਾ ਹੈ, ਇੰਨੀ ਜ਼ਿਆਦਾ ਤਾਦਾਦ ਵਿੱਚ ਹੁੰਦਾ ਹੈ ਕਿ ਤੁਸੀਂ ਉਹਨੂੰ ਐਗਰੀਕਲਚਰ ਲਈ ਜਾਂ ਕਿਸੇ ਵੀ ਸ਼ੈ ਲਈ ਇਸਤੇਮਾਲ ਨਹੀਂ ਕਰ ਸਕਦੇ। ਔਰ ਫਿਰ ਉਹਦੇ ਤੋਂ ਬਾਅਦ ਕੀ ਹੁੰਦਾ ਕਿ ਡਰਾਈ ਸੀਜ਼ਨ ਸ਼ੁਰੂ ਹੁੰਦਾ। ਤੇ ਇਸ ਲਈ ਮੈਂ ਇਹਦੇ 'ਤੇ ਵੀਡੀਓਜ਼ ਵੀ ਕੀਤੇ, ਵਲੌਗ ਵੀ ਕੀਤੇ, TV 'ਤੇ ਵੀ ਮੈਂ ਆਇਆ, ਬੜੀ ਕੰਟਰੋਵਰਸੀ ਵੀ ਹੋਈ, ਕੁਝ ਸਿੰਧੀਆਂ ਨੇ ਵੀ ਮੈਨੂੰ ਬੜਾ ਬੁਰਾ ਕਿਹਾ। ਮਗਰ ਗੱਲ ਇਹ ਵੇ ਕਿ ਅਗਰ ਅਸੀਂ ਓਵਰਆਲ ਐਜ਼ ਪਾਕਿਸਤਾਨ ਜਾਂ ਐਜ਼ ਇੰਡਸ ਸਿਵਲਾਈਜੇਸ਼ਨ ਅਸੀਂ ਅਗਰ ਇਸ ਸਿਚੁਏਸ਼ਨ ਨੂੰ ਨਹੀਂ ਸਹੀ ਤਰ੍ਹਾਂ ਰੀਡ ਕੀਤਾ ਇਕੱਠੇ ਮਿਲ ਕੇ ਕਿ ਜਨਾਬੇ ਆਲੀ ਜਿਹੜਾ ਕਲਾਈਮੇਟ ਚੇਂਜ ਦੇ ਨਤੀਜੇ ਦੇ ਵਿੱਚ ਵਾਟਰ ਫਲੋ ਦੇ ਉੱਤੇ ਇੰਪੈਕਟ ਹੋ ਰਿਹਾ ਪਾਕਿਸਤਾਨ ਦੇ ਵਿੱਚ, ਉਹਨੂੰ ਮੈਨੇਜ ਕਰਨ ਦਾ ਹੁਣ ਸਾਡੇ ਕੋਲ ਕੀ ਵੱਲ ਹੈ। ਅਗਰ ਅਸੀਂ ਇਹਨੂੰ ਸਟੱਡੀ ਨਹੀਂ ਕਰਾਂਗੇ ਨਾ ਤੇ ਸਾਡਾ ਬਹੁਤ ਬੁਰਾ ਹਾਲ ਹੋ ਜਾ ਰਿਹਾ ਅਗਲੀ ਦਿਹਾਈ ਦੇ ਵਿੱਚ। ਅਸੀਂ ਸਮਝ ਜਿਹੜੇ ਉਹ ਹਸਨ ਸਾਹਿਬ ਸਨ, ਮੈਨੂੰ ਪੂਰਾ ਨਾਮ ਭੁੱਲ ਗਿਆ, ਮੈਂ ਹਸਨ ਜ਼ੈਦੀ ਸ਼ਾਇਦ ਨਾਮ ਸੀ, ਉਹਨਾਂ ਨੇ ਕਿਹਾ ਜੀ ਜ਼ਮੀਨ ਤੋਂ ਕੱਢ ਲਓ ਤੁਸੀਂ ਪਾਣੀ। ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜ਼ਮੀਨ ਤੋਂ ਜਿੰਨਾ ਪਾਣੀ ਤੁਸੀਂ ਆਲਰੇਡੀ ਕੱਢ ਰਹੇ ਹੋ ਉਹਦੇ ਤੋਂ ਜ਼ਿਆਦਾ ਤੁਸੀਂ ਨਹੀਂ ਕੱਢ ਸਕਦੇ। ਔਰ ਮੈਂ ਨਹੀਂ ਕਹਿ ਰਿਹਾ, ਦੁਨੀਆ ਭਰ ਦੇ ਵਾਟਰ ਐਕਸਪਰਟਸ ਕਹਿ ਰਹੇ ਨੇ ਕਿ ਜਿੰਨਾ ਤੁਸੀਂ ਕੱਢ ਰਹੇ ਹੋ ਇੰਨਾ ਹੀ ਕੱਢ ਸਕਦੇ ਹੋ, ਇਹਦੇ ਤੋਂ ਵੱਧ ਨਹੀਂ ਕੱਢ ਸਕਦੇ। ਅੱਛਾ, ਜਿੱਥੋਂ ਤੱਕ ਇਹ ਸਵਾਲ ਹੈ ਕਿ ਇੰਡੀਆ ਸਾਡੇ ਵਿੱਚੋਂ ਕੱਢ ਰਿਹਾ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਪੋਸੀਬਲ ਹੀ ਨਹੀਂ ਉਹਦੀ, ਕਿਉਂਕਿ ਤੇਲ ਨਹੀਂ, ਔਰ ਪਾਣੀ ਜਿਹੜਾ ਨਾ ਇੰਨਾ ਗਹਿਰਾ ਡੂੰਘਾ ਨਹੀਂ ਹੁੰਦਾ, ਨੰਬਰ 1। ਔਰ ਨੰਬਰ 2, ਮੁਕਾਮੀ ਰਹਿੰਦਾ ਹੈ। ਉਹ ਜਿਹੜੇ ਐਕੁਆਫਰਸ ਨੇ, ਇੰਡਸ ਐਕੁਆਫਰਸ, ਉਹਨਾਂ ਦਾ ਫਲੋ ਇੰਡੀਆ ਨੂੰ ਇੰਨੀ ਕੋਈ ਲੰਬੀ ਸੁਰੰਗ ਕਰਨੀ ਪਏਗੀ ਕਿ ਜਿਹਦੀ ਹੱਲ ਸਾਫ ਕੋਈ ਨਹੀਂ, ਔਰ ਉਹ ਵੀ ਕਿਸੇ ਇੱਕ ਐਕੁਆਫਰ ਤੋਂ ਕੱਢਣਗੇ। ਸਾਡੇ ਕੋਲ ਪੰਜਾਬ ਦੇ ਵਿੱਚ ਮੁਖਤਲਿਫ ਬਹੁਤ ਸਾਰੇ ਐਕੁਆਫਰਸ, ਔਰ ਉਹ ਮਤਲਬ ਉਹ ਇੱਕ ਦੂਜੇ ਨਾਲ ਕਨੈਕਟਡ ਵੀ ਨੇ, ਕੁਝ ਅਲੱਗਾ ਵੀ ਨੇ, ਇੰਨਾ ਕੰਪਲੀਕੇਟਡ ਸਿਸਟਮ ਹੈ ਅੰਡਰ ਦ ਸਰਫੇਸ ਕਿ ਜਿਹਦੀ ਹੱਲ ਸਾਫ ਹੋਈ ਉਹ ਨਹੀਂ ਕੱਢ ਸਕਦੇ। ਮਸਲਾ ਇਹ ਨਹੀਂ ਕਿ ਉਹ ਕੱਢ ਲੈਣਗੇ, ਮਸਲਾ ਇਹ ਹੈ ਕਿ ਅਸੀਂ ਉਹਨੂੰ ਰੀਚਾਰਜ ਕਰ ਰਹੇ ਹਾਂ ਕਿ ਨਹੀਂ। ਦੇ ਵਾਸਤੇ ਰੀਚਾਰਜਿੰਗ ਵੈਲ ਹੁੰਦੀ ਹੈ ਉਹ, ਔਰ ਉਹ ਸ਼ਹਿਰਾਂ 'ਚ ਬੜੀ ਅਹਿਮੀਅਤ ਰੱਖਦੀ ਹੈ। ਬੇਸਿਕਲੀ ਇੱਕ ਕਿਸਮ ਦਾ ਕੁਆਂ ਹੀ ਹੁੰਦਾ ਹੈ ਕਿ ਜਿਹਦੇ ਵਿੱਚ ਉਹ ਪਾਣੀ ਚਲਾ ਜਾਂਦਾ ਹੈ ਔਰ ਉਹਦੇ ਜਿਹਦੇ ਰੇਨ ਵਾਟਰ ਰੀਚਾਰਜ ਕਰ ਦਿੰਦਾ। ਔਰ ਫਲੱਡ ਕੰਟਰੋਲ ਲਈ ਵੀ ਬੜੀ ਜ਼ਰੂਰੀ ਹੈ ਕਿ ਜਦੋਂ ਫਲੱਡ ਆਵੇ ਤਾਂ ਤੁਹਾਡੇ ਕੋਲ ਰੀਚਾਰਜ ਵੈਲਸ ਹੋਣ ਕਿ ਫਲੱਡ ਦਾ ਪਾਣੀ ਜਿਹੜਾ ਥੱਲੇ ਐਕੁਆਫਰ ਵਿੱਚ ਜਾਏ। ਤੇ ਕੁਝ ਹੁਕੂਮਤ ਪੰਜਾਬ ਨੇ ਬਲਕਿ ਸੋਚ ਰਹੀ ਹੈ ਇਹਦੇ ਉੱਤੇ ਕੁਝ ਮਨਸੂਬੇ ਵਗੈਰਾ ਬਣਾਏ ਨੇ ਉਹਨਾਂ ਨੇ ਕਿ ਮੇਰੇ ਖਿਆਲ 7 ਜਾਂ 12 ਸ਼ਾਇਦ ਰੀਚਾਰਜ ਵੈਲਸ ਉਹ ਲਾਹੌਰ ਸ਼ਹਿਰ ਦੇ ਵਿੱਚ ਬਣਾਉਣ, ਤੇ ਸੋਚ ਰਹੇ ਨੇ ਇਹਦੇ ਵੱਲ। ਮਗਰ ਇਹਨੂੰ ਬਹੁਤ ਇਹਦੇ 'ਤੇ ਬਹੁਤ ਤਹਿਕੀਕ ਦੀ ਲੋੜ ਹੈ, ਬਹੁਤ ਜ਼ਿਆਦਾ ਸੋਚ ਵਿਚਾਰ ਦੀ ਲੋੜ ਹੈ, ਔਰ ਰਲ ਕੇ ਸੋਚ ਵਿਚਾਰ ਕਰਨ ਦੀ ਲੋੜ ਹੈ। ਇਹ ਸੋਚ ਨੂੰ ਛੱਡਣ ਦੀ ਲੋੜ ਹੈ ਕਿ ਬਈ ਉਹ ਤੇ ਪੰਜਾਬ ਦਾ ਮਨਸੂਬਾ ਹੈ ਤੇ ਸਿੰਧ ਦਾ ਮਨਸੂਬਾ ਹੈ, ਇਹ KP ਦਾ ਮਨਸੂਬਾ, ਕਿਉਂਕਿ ਅਸੀਂ ਸਾਰੇ ਇੱਕ ਧਰਤੀ ਨਾਲ ਜੁੜੇ ਹਾਂ। ਸਾਡੇ ਜਿਹੜਾ ਇਕੋਲੋਜੀ ਹੈ ਨਾ ਉਹ ਇੱਕੋ ਇਕੋਲੋਜੀ ਹੈ, ਉਹ ਵੱਖਰੀ ਨਹੀਂ ਹੈਗੀ। ਤੇ ਸਾਨੂੰ ਰਲ ਕੇ ਸੋਚਣਾ ਪਏਗਾ ਔਰ ਸ਼ੱਕ ਸ਼ੁਬਾਤ ਤੋਂ ਬਾਲਾ ਹੋ ਕੇ ਚੀਜ਼ਾਂ ਨੂੰ ਵੇਖ ਕੇ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਇਕੱਠੇ ਫੈਸਲਾ ਕਰਨਾ ਹੋਵੇਗਾ।
ਕਿ ਕਲਾਈਮੇਟ ਚੇਂਜ ਨੂੰ ਡੀਲ ਕਰਨ ਲਈ ਸਾਨੂੰ ਕੀ ਕਰਨ ਦੀ। देखो पानी तो सारा मानसूवर तो ही है, ठीक है ना। जी मानसूवर है जी सरोवर जो तलाव है वो तलावां की मां है जिहदे चों सारे दरिया निकलते। हुण गल है कि कम से कम चीन पाकिस्तान और इंडिया तीन मुल्कों तो बगैर तुसीं कोई पॉलिसी नहीं बना सकते। ਉਹਦੇ 'ਚ किसी अमरीकी ने किसी यूरोपी ने ਤੁਹਾਨੂੰ नहीं करना, ਉਹਨਾਂ ਦੀ ਜਿੰਨੀ ਅਕਲ ਹੈ ਉਹਨਾਂ ਨੇ ਅੱਗੇ ਬੇੜਾ ਕਰ ਛੱਡਿਆ। ਇਸ ਸਾਰੇ ਖਿੱਤੇ ਦਾ ਬੇੜਾ ਗਰਕ ਉਹਨਾਂ ਨੇ 250 ਸਾਲ ਦੇ ਵਿੱਚ ਬੇੜਾ ਗਰਕ ਪੂਰਾ ਕੀਤਾ ਉਹਨਾਂ ਨੇ। ਇਸ ਵੇਲੇ ਇੰਡੀਆ, ਚੀਨ ਔਰ ਪਾਕਿਸਤਾਨ ਅਗਰ ਤਿੰਨੋਂ ਮਿਲ ਕੇ ਕੋਈ ਪਾਲਿਸੀ ਬਣਾਉਣਗੇ ਤੇ ਫਿਰ ਚੱਲੇਗੀ, ਅਦਰਵਾਈਜ਼ ਜਿਹੜਾ ਹੈਗਾ ਨਾ ਉਹ ਨਹੀਂ ਚੱਲ ਸਕਦੀ, ਕਿਉਂਕਿ ਤੁਹਾਨੂੰ ਵੱਡੀ ਪਲੈਨਿੰਗ ਕਰਨੀ ਪਏਗੀ। ਬਿਲਕੁਲ ਸਹੀ। ਫਿਰ ਇਹ ਕਿ ਉਹਨਾਂ ਦੀ ਰਿਸਰਚਾਂ ਤੇ ਆਉਂਦੀਆਂ ਹੀ ਨੇ ਕਿ ਕਦੀ ਸਿੰਤਾਸ ਕਰਾ ਦਿੰਦੇ ਨੇ, ਕਦੀ ਕਹਿੰਦੇ ਨੇ ਕਿ ਇਹ ਕਰਾ ਲਓ ਤੇ ਕਦੀ ਉਹ ਕਰਾ ਲਓ। ਇਸ ਵਾਸਤੇ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਦਾ ਕੰਸਰਨ ਹੈਗਾ, ਔਰ ਮੋਦੀ ਨੇ ਜਿਹੜਾ ਕਸ਼ਮੀਰ ਤੇ ਕਬਜ਼ਾ ਕੀਤਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਇੱਕ ਅੱਛੀ ਗੱਲ ਜ਼ਰੂਰ ਹੋਈ ਸੀ ਕਿ ਚੀਨ ਨੇ 50 ਸਾਲ ਦੇ ਬਾਅਦ ਪਹਿਲੀ ਦਫਾ ਕਿਹਾ ਸੀ, ਕਿਉਂਕਿ 70 ਸਾਲ ਦੇ ਬਾਅਦ ਕਿ ਅਸੀਂ ਇਹਦੇ 'ਚ ਉਹਨਾਂ ਨੂੰ ਚੀਨ ਨੂੰ ਕਿਹਾ ਨਾ ਸਾਲਸੀ ਕਰਾ ਦੇ, ਤੇ ਉਹਨਾਂ ਨੇ ਕਿਹਾ ਅਸੀਂ ਸਾਲਸ ਨਹੀਂ ਬਣਾਂਗੇ, ਅਸੀਂ ਇਹਦੇ 'ਚ ਪਾਰਟੀ ਹੈਗੀਆਂ ਨੇ। ਤੇ ਅਸਲ ਗੱਲ ਹੈ ਕਿ ਉਹ ਪਾਰਟੀ ਹੈਗਾ, ਪਾਣੀ ਦੇ ਮਸਲੇ 'ਚ ਵੀ ਉਹ ਪਾਰਟੀ ਹੈਗਾ। ਫਿਰ ਤੁਸੀਂ ਬੈਠ ਕੇ ਇਹਨੂੰ ਹੱਲ ਕਰੋਗੇ, ਕਿਉਂਕਿ ਅਦਰਵਾਈਜ਼ ਕੋਈ ਹੱਲ ਨਹੀਂ ਹੈਗਾ। ਅਦਰਵਾਈਜ਼ ਤੁਸੀਂ ਕਹੋਗੇ ਇਕੱਲੇ ਕਰ ਲਓ, ਇਕੱਲੇ ਨਹੀਂ ਹੋ ਸਕਦੇ। ਉਹ ਨਹੀਂ। ਤੁਹਾਨੂੰ ਲਾਰਜਰ ਇੱਕ ਸਵਾਲ ਹੋਰ ਮੇਰੇ ਦਿਲ ਵਿੱਚ ਆਉਂਦਾ ਹੈ, ਉਹ